ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ? ਜੇ ਨਹੀਂ ਤਾਂ ਹੁਣੇ ਹੀ ਤੁਰੰਤ youtube.com ਤੇ ਜਾ ਕੇ ਜਾਂ ਆਪਣੀ ਡਿਵਾਈਸ ਵਿੱਚ YouTube ਦੀ ਐਪ ਡਾਊਨਲੋਡ ਕਰਕੇ ਉਹਦੇ ਤੇ ਤੁਸੀਂ ਗੁਰਗਿਆਨ ਟੀਵੀ GURGYAN TV ਗੁਰਗਿਆਨ ਟੀਵੀ ਫਾਈਂਡ ਕਰਨਾ। ਉੱਥੇ ਤੁਹਾਨੂੰ ਇਹ ਲੋਗੋ ਦਿਖਾਈ ਦੇਗਾ। ਸਭ ਤੋਂ ਪਹਿਲਾਂ ਗੁਰਗਿਆਨ ਟੀਵੀ ਸਬਸਕ੍ਰਾਈਬ ਕਰ ਦੇਣਾ। ਰੋਜ਼ਾਨਾ ਇੱਕ ਵੀਡੀਓ ਅਪਲੋਡ ਹੁੰਦੀ ਹੈ। 35-40 ਮਿੰਟ ਤੁਸੀਂ ਗੁਰੂ ਦੇ ਪਿਆਰ ਵਿੱਚ ਬੈਠਣਾ ਹੈ, ਪਰਿਵਾਰ ਸਮੇਤ, ਬੱਚਿਆਂ ਸਮੇਤ, ਅਰਥਾਂ ਸਮੇਤ ਸਹਿਜ ਪਾਠ ਕਰਨਾ ਸਭ ਤੋਂ ਸੌਖਾ ਤਰੀਕਾ। ਗੁਰਗਿਆਨ ਟੀਵੀ ਤੇ ਤੁਹਾਨੂੰ ਪਲੇਲਿਸਟ ਮਿਲੇਗੀ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚੋਂ ਸ਼ੁਰੂ ਕਰੋ, ਨਿਤ ਲਾਹਾ ਲਓ, ਨਾਲੇ ਅਰਥ ਸਿੱਖੀਏ, ਗੁਰਮਤਿ ਦੇ ਸਿਧਾਂਤ ਪਤਾ ਲੱਗਣ, ਹੋਰਨਾਂ ਨੂੰ ਪ੍ਰੇਰਿਤ ਕਰੀਏ। ਤੁਹਾਡੇ ਮਿੱਤਰ, ਦੋਸਤ, ਰਿਸ਼ਤੇਦਾਰ, ਭੈਣ ਭਰਾਵਾਂ ਦੇ ਪਰਿਵਾਰ ਵਿੱਚ ਅਗਰ ਕੋਈ ਨਹੀਂ ਕਰ ਰਿਹਾ, ਉਹਨਾਂ ਨੂੰ ਪ੍ਰੇਰਿਤ ਕਰੀਏ। ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਘਰ ਘਰ ਤੱਕ ਪਹੁੰਚਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਬਖਸ਼ਿਸ਼ ਦੇ ਪਾਤਰ ਬਣੀਏ ਜੀ। ਦੀਦਾਰ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 204 ਦੇ ਉੱਪਰ ਅੰਕਿਤ ਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਗੌੜੀ ਰਾਗ ਹੈ, ਪੂਰਬੀ ਕਿਸਮ ਹੈ, ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਤੇ ਸਟਾਰਟਿੰਗ ਤੇ ਮੂਲ ਮੰਤਰ ਦਾ ਸੰਖੇਪ ਰੂਪ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਜੀ ਇੱਕ ਹੈ। ਸੱਚੇ ਗੁਰੂ ਦੀ ਬਖਸ਼ਿਸ਼ ਹੁੰਦੀ, ਸਤਿਗੁਰ ਸਰੂਪ ਦੀ ਗੁਰੂ ਦੇ ਉਪਦੇਸ਼ ਮੰਨਣ ਦੀ ਭਾਵਨਾ ਵਿੱਚੋਂ ਰੱਬ ਦਾ ਮਾਰਗ, ਰੱਬ ਦੀ ਹੋਂਦ ਮਹਿਸੂਸ ਹੁੰਦੀ ਹੈ। ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਰਹਾਓ। ਪਹਿਲੀ ਪੰਕਤੀ ਰਹਾਓ ਹੈ ਸੈਂਟਰਲ ਆਈਡੀਆ। ਕਿਹੜੇ ਗੁਣਾਂ ਦੀ ਬਰਕਤ ਦੇ ਨਾਲ ਮੈਂ ਪ੍ਰਾਣਾਂ ਦੇ ਪਤੀ ਵਾਹਿਗੁਰੂ ਜੀ ਨੂੰ ਮਿਲਾਂ, ਹੈ ਮੇਰੀ ਮੱਤ। ਇਹ ਮਨ ਦੀ ਪੁਕਾਰ ਹੈ। ਰੂਪਹੀਨ ਬੁੱਧ ਬਲਹੀਨੀ ਮੋਹ ਪਰਦੇਸਨ ਦੂਰ ਤੇ ਆਈ। ਅਗੋਂ ਮੱਤ ਦਾ ਜਵਾਬ ਹੈ। ਜਦੋਂ ਗੁਰੂ ਦੇ ਉਪਦੇਸ਼ ਅਨੁਸਾਰ ਆਪਣੇ ਸੁਭਾਅ ਨੂੰ ਦੇਖਿਆ ਨਾ, ਗੁਰੂ ਦੇ ਉਪਦੇਸ਼ਾਂ ਰਾਹੀਂ ਆਪਣੀ ਮੱਤ ਨੂੰ ਦੇਖਿਆ, ਸੋਚ ਨੂੰ ਦੇਖਿਆ, ਤਾਂ ਪਤਾ ਲੱਗਿਆ ਕਿ ਮੇਰੀ ਜਿਹੜੀ ਮੱਤ ਹੈ ਨਾ, ਇਹ ਰੂਪਹੀਨ ਹੈ, ਹੋਣੀ ਨਹੀਂ ਹੈ। ਇਹਨੂੰ ਫੈਸਲੇ ਨਹੀਂ ਲੈਣੇ ਆਉਂਦੇ। ਮੱਤ ਨੂੰ ਗੁਰੂ ਦੇ ਮਾਰਗ ਤੇ ਤੁਰਨ ਦੇ ਲਈ ਜਜ਼ਬਾ ਨਹੀਂ ਵਰਤਣਾ ਆਉਂਦਾ। ਬੁੱਧ ਬਲਹੀਨੀ, ਜਿਹੜਾ ਇਹਦੇ ਕੋਲੇ ਗਿਆਨ ਹੈ ਨਾ, ਇਹਦੇ ਕੋਲੇ ਬਲ ਨਹੀਂ ਹੈ, ਦੁਨਿਆਵੀ ਗਿਆਨ ਹੈ। ਇਸ ਪਾਸੇ ਤੁਰਨ ਵਾਸਤੇ ਇਹ ਬੜੀ ਛੇਤੀ ਡੋਲ ਜਾਂਦੀ ਹੈ, ਬਲਹੀਨੀ। ਪਰਦੇਸਣ ਹੈ, ਗੁਰੂ ਦੇ ਮਾਰਗ ਦੇ ਰਸ ਨਹੀਂ, ਦੁਨਿਆਵੀ ਰਸਾਂ ਵਿੱਚ ਜਿਉਣ ਵਾਲੀ ਹੈ। ਆਖੋ ਵਾਹਿਗੁਰੂ। ਉਹੀ ਦੂਰੀ ਹੈ ਤੇ ਉਹ ਦੂਰੀ ਰਹੇ ਲੈ ਕੇ ਇਹ ਮੱਤ ਵਾਹਿਗੁਰੂ ਦੇ ਦਰ ਤੇ ਆਈ ਹੈ। ਆਖੋ ਵਾਹਿਗੁਰੂ। ਪਰ ਸ਼ੁਕਰ ਹੈ, ਇਹ ਮੱਤ ਬਦਲਣਾ ਚਾਹੁੰਦੀ ਹੈ। ਇਹ ਮੱਤ ਆਪਣੀ ਸੋਚ ਨੂੰ ਐਕਸੈਪਟ ਕਰ ਰਹੀ ਹੈ। ਨਾ ਹਨ ਦਰਬ ਨਾ ਜੋ ਬਨਮਾਤੀ ਮੋਹ ਅਨਾਥ ਕੀ ਕਰੋ ਸਮਾਈ। ਮੇਰੇ ਕੋਲੇ ਚੰਗੇ ਸੁਭਾਅ ਦਾ ਧਨ ਨਹੀਂ, ਚੰਗੇ ਗਿਆਨ ਗੁਣਾਂ ਦਾ ਧਨ ਨਹੀਂ ਹੈ। ਨਾ ਹਨ ਦਰਬ ਜੋ ਬਨਮਾਤੀ, ਇਹ ਆਪਣੇ ਹੀ ਜੋਸ਼ ਵਿੱਚ ਮਸਤ ਹੋਈ ਵੀ ਹੈ। ਇਹਦੇ ਕੋਲ ਇਸ ਪਾਸੇ ਤੁਰਨ ਦਾ ਜੋਸ਼ ਜਜ਼ਬਾ ਨਹੀਂ। ਯਾਦ ਰੱਖਿਓ, ਜ਼ਿੰਦਗੀ ਦੁਨਿਆਵੀ ਕੰਮਾਂ ਕਾਰਾਂ ਲਈ ਆਪਾ ਵਾਰ ਦਿੰਦਾ ਏ। ਇਹ ਮਨ ਗੁਰੂ ਦੇ ਮਾਰਗ ਲਈ ਕਹਿੰਦਾ ਔਖਾ ਹੈ, ਮੇਰੇ ਕੋਲ ਟਾਈਮ ਨਹੀਂ, ਉਲਝਣ ਤਾਣੀ 'ਚ ਫਸਿਆ ਹੋਇਆ।
ਜਿਸ ਮਤ ਨੇ ਐਕਸੈਪਟ ਕਰ ਲਿਆ ਨਾ, ਮੋਹ ਅਨਾਥ ਕੀ ਕਰੋ ਸਮਾਈ, ਮੈਂ ਅਨਾਥ ਹਾਂ, ਮੇਰਾ ਕੋਈ ਆਸਰਾ ਨਹੀਂ। ਵਾਹਿਗੁਰੂ ਜੀ, ਇਸ ਮਾਰਗ ਦੇ ਰਸ ਵਿੱਚ ਮੈਂ ਸਮਾ ਜਾਵਾਂ। ਆਖੋ ਵਾਹਿਗੁਰੂ। ਖੋਜਤ ਖੋਜਤ ਭਈ ਬੈਰਾਗਨ, ਪ੍ਰਭ ਦਰਸ਼ਨ ਕਹੋਂ ਫਿਰਤ ਤਿਸਾਈ। ਬੜੇ ਯਤਨ ਕੀਤੇ, ਤੁਰਿਆ ਨਹੀਂ ਜਾਂਦਾ। ਬੜੇ ਯਤਨ ਕੀਤੇ, ਗੁਰੂ ਦੇ ਹੁਕਮ ਮੰਨਣੇ ਔਖੇ ਲੱਗ ਰਹੇ ਨੇ। ਅੰਦਰ ਬੈਰਾਗ ਪੈਦਾ ਹੋ ਗਿਆ। ਗੁਰੂ ਪਾਤਸ਼ਾਹ ਤੋਂ ਸਿੱਖਿਆ ਕਿ ਰੱਬ ਦੇ ਦੁਨੀਆ ਦੇ ਹਰ ਵਰਤਾਰੇ ਵਿੱਚ ਰੱਬ ਗਿਆਨ ਬਣ ਕੇ ਬੈਠਾ ਏ। ਵਾਹਿਗੁਰੂ ਜੀ, ਮੈਨੂੰ ਦਰਸ਼ਨ ਨਹੀਂ ਹੋ ਰਹੇ, ਮੈਨੂੰ ਗਿਆਨ ਦੀ ਸਮਝ ਨਹੀਂ ਆ ਰਹੀ। ਸੁਣਿਆ ਮੇਰੇ ਗੁਰੂ ਤੋਂ ਕਿ ਰੱਬ ਗੁਣ ਬਣ ਕੇ ਹਰ ਥਾਂ ਤੇ ਬੈਠਾ ਹੈ, ਪਰ ਮੇਰੀ ਮੱਤ ਨੂੰ ਔਗਣ ਫੋਕਸ ਕਰਨ ਦੀ ਆਦਤ ਹੈ। ਉਹ ਗੁਣਾਂ ਦੇ ਦੀਦਾਰ ਨਹੀਂ ਹੁੰਦੇ। ਬਣੀ ਨਹੀਂ ਇਹ ਸੋਚ। ਵਾਹਿਗੁਰੂ ਜੀ ਨਿਜ਼ਮ ਬਣ ਕੇ ਬੈਠੇ ਨੇ, ਪਰ ਉਹ ਨਿਜ਼ਮ ਦੇਖਣਾ ਨਹੀਂ ਆਇਆ। ਦਰਸ਼ਨ ਨਹੀਂ ਹੋ ਰਹੇ। ਹਾਂ ਫਿਰ ਤਾਂ ਤਸਾਈ, ਅੰਦਰ ਪਿਆਸ ਹੈ, ਲੱਭ ਰਹੀ ਹਾਂ, ਮੈਨੂੰ ਦਰਸ਼ਨ ਹੋ ਜਾਣ। ਫਿਰ ਅਰਦਾਸ ਪ੍ਰਵਾਨ ਹੁੰਦੀ ਹੈ। ਕਿਵੇਂ ਕਿਰਪਾ ਕਰਦੇ ਵਾਹਿਗੁਰੂ ਜੀ? ਦੀਨ ਦਇਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬੁਝਾਈ। ਹੈ ਨਾਨਕ ਜੀ, ਜਦੋਂ ਨਿਮਾਣਿਆਂ ਤੇ ਦਇਆ ਕਰਨ ਵਾਲੇ ਦੀਨ ਦਇਆਲ ਵਾਹਿਗੁਰੂ ਜੀ ਕਿਰਪਾਲੂ ਨੇ, ਜਦੋਂ ਕਿਰਪਾ ਕਰਦੇ ਨੇ ਨਾ, ਗੁਰੂ ਦਾ ਮਿਲਾਪ ਕਰਾਉਂਦੇ ਨੇ, ਤੇ ਗੁਰੂ ਦੇ ਸੰਗਤ ਕਰਨ ਦੀ ਯੁਗਤ ਆ ਜਾਂਦੀ ਹੈ। ਗੁਰੂ ਦੇ ਉਪਦੇਸ਼ ਮੰਨ ਕੇ, ਉਹਨਾਂ ਉਪਦੇਸ਼ਾਂ ਨਾਲ ਸੋਚ ਸੁਭਾਅ ਨੂੰ ਪੜਚੋਲ ਕਰਕੇ ਸੰਵਾਰਨਾ ਸ਼ਿੰਗਾਰਨਾ ਜਦੋਂ ਆ ਜਾਂਦਾ ਨਾ, ਜਲਨ ਬੁਝਾਈ, ਅੰਦਰ ਜਿਹੜੀ ਤ੍ਰਿਸ਼ਨਾ ਦੀ ਅੱਗ ਬਲ ਰਹੀ ਸੀ ਨਾ, ਅੰਦਰ ਦੁਨਿਆਵੀ ਪ੍ਰਾਪਤੀਆਂ ਦੇ ਲੋਭ ਲਾਲਚ ਦੀ ਅੱਗ ਸੀ, ਨਫ਼ਰਤ ਦੀ ਅੱਗ ਸੀ, ਕ੍ਰੋਧ ਦੀ ਅੱਗ ਸੀ, ਵਾਹਿਗੁਰੂ ਜੀ ਨੇ ਬੁਝਾ ਦਿੱਤੀ। ਆਖੋ ਵਾਹਿਗੁਰੂ। ਅਸੀਂ ਵੀ ਇਸੇ ਪ੍ਰੋਸੈਸ ਰਾਹੀਂ ਜੀਵਨ ਸਫਲ ਕਰਨਾ ਹੈ। ਗੌੜੀ ਮਹੱਲਾ ਪੰਜਵਾਂ। ਅਗਲਾ ਗੌੜੀ ਰਾਗ ਦਾ ਸ਼ਬਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ। ਪ੍ਰਭ ਮਿਲਵੇ ਕਉ ਪ੍ਰੀਤ ਮਨ ਲਾਗੀ, ਮਨ ਦੇ ਅੰਦਰ ਜਦੋਂ ਗੂੜੀ ਪ੍ਰੀਤ ਲੱਗੀ ਪ੍ਰਭੂ ਮਿਲਾਪ ਦੀ, ਆਹਾ। ਚਾਹੇ ਕੋਈ ਦੁਨੀਆ ਦਾ ਵਰਤਾਰਾ ਮੈਨੂੰ ਚੰਗਾ ਲੱਗੇ ਤੇ ਚਾਹੇ ਮੈਨੂੰ ਨਾ ਚੰਗਾ ਲੱਗੇ, ਹਰ ਵਰਤਾਰੇ ਵਿੱਚੋਂ ਮੈਨੂੰ ਰੱਬ ਗਿਆਨ ਬਣ ਕੇ ਦੀਦਾਰ ਦੇਵੇ ਤੇ ਮੈਂ ਮਿਲਾਪ ਕਰਾਂ ਉਸ ਗਿਆਨ ਦਾ। ਕਿਸੇ ਦਾ ਸੁਭਾਅ ਮੇਰੇ ਨਾਲ ਮੇਲ ਨਹੀਂ ਖਾਂਦਾ, ਕਿਸੇ ਦੇ ਵਿਚਾਰ ਮੇਲ ਨਹੀਂ ਖਾਂਦੇ, ਭਾਵੇਂ ਕਿਸੇ ਨਾਲ ਮੇਰੀ ਦੁਨਿਆਵੀ ਰੀਤ ਨਿਭੀ ਜਾਂ ਨਾ ਨਿਭੀ, ਰਿਸ਼ਤਾ ਨਿਭਿਆ ਜਾਂ ਨਾ ਨਿਭਿਆ, ਪਰ ਹਰ ਇੱਕ ਵਿੱਚ ਵਾਹਿਗੁਰੂ ਜੀ ਗੁਣ ਬਣ ਕੇ ਬੈਠੇ ਨੇ। ਮੈਨੂੰ ਉਹ ਗੁਣ ਦੇਖਣ ਦੀ ਜੁਗਤ ਹੋਵੇ ਤੇ ਉਹ ਗੁਣਾਂ ਦਾ ਮਿਲਾਪ ਹੋ ਜਾਵੇ ਗੁਣਾਂ ਰੂਪੀ ਵਾਹਿਗੁਰੂ ਜੀ ਨਾਲ। ਐਸੀ ਪ੍ਰੀਤ ਮਨ ਨੂੰ ਲੱਗੇ। ਵਾਹਿਗੁਰੂ ਜੀ ਦਾ ਨਿਜ਼ਮ ਹਰ ਥਾਂ ਤੇ ਚੱਲ ਰਿਹਾ ਹੈ। ਚਾਹੇ ਕਿਸੇ ਨੇ ਸਹਿਯੋਗ ਦਿੱਤਾ, ਚਾਹੇ ਵਿਰੋਧ ਕੀਤਾ, ਚਾਹੇ ਨਿੰਦਾ ਕੀਤੀ, ਚਾਹੇ ਵਡਿਆਈ ਕੀਤੀ, ਚਾਹੇ ਸਹਿਯੋਗ ਦਿੱਤਾ ਤੇ ਚਾਹੇ ਰੁਕਾਵਟਾਂ ਖੜੀਆਂ ਕੀਤੀਆਂ, ਹਰ ਇੱਕ ਦੇ ਵਰਤਾਰੇ ਵਿੱਚ ਰੱਬ ਦਾ ਨਿਜ਼ਮ ਚੱਲ ਰਿਹਾ ਹੈ। ਉਹ ਨਿਜ਼ਮ ਦਾ ਮੈਨੂੰ ਗਿਆਨ ਆ ਜਾਵੇ ਤੇ ਮਿਲਾਪ ਹੋ ਜਾਵੇ। ਮਨ ਵਿੱਚ ਜਦੋਂ ਐਸੀ ਪ੍ਰੀਤ ਲੱਗੀ ਨਾ, ਪਾਏ ਲੱਗੋ ਮੋਹਿ ਕਰੋ ਬੇਨਤੀ, ਕਉ ਸੰਤ ਮਿਲੈ ਬੜ ਭਾਗੀ ਰਹਾਓ। ਕੋਈ ਮਿਲੇ ਮੈਨੂੰ, ਮੇਰੇ ਭਾਗ ਜਾਗ ਪੈਣ, ਮੇਰੇ ਸੁਭਾਅ ਤੇ ਸੋਚ ਜਾਗ ਪਵੇ, ਅੰਦਰ ਵੱਡੇ ਭਾਗ ਬਣ ਜਾਣ। ਮੈਂ ਬੇਨਤੀ ਕਰ ਰਿਹਾ, ਅਰਦਾਸ ਕਰ ਰਿਹਾ, ਮੈਂ ਉਹਦੇ ਚਰਨੀ ਲੱਗਾਂਗਾ। ਕੋਈ ਮੈਨੂੰ ਪੂਰਾ ਸੰਤ ਮਿਲੇ ਤੇ ਉਹ ਪੂਰਾ ਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇੱਕ ਇੱਕ ਸੰਤ ਪੂਰਨ ਸੰਤ ਹੈ। ਆਖੋ 15 ਭਗਤ ਨੇ, ਪੂਰਨ ਨੇ, 11 ਭੱਟ ਨੇ, ਗੁਰਸਿੱਖ ਨੇ, ਬਾਬਾ ਸੁੰਦਰ ਜੀ ਵਰਗੇ, ਭਾਈ ਸੱਤਾ ਬਲਵੰਡ ਜੀ ਵਰਗੇ, ਉਹਨਾਂ ਦੇ ਉਪਦੇਸ਼ ਪੂਰਨ ਨੇ। ਤਾਂਹੀਓ ਤਾਂ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਹੈ, ਮਿਲੇ ਮੈਨੂੰ ਰਹਾਉ ਪਦਾ ਹੈ। ਇੱਦਾਂ ਗੁਰੂ ਨੂੰ ਮਿਲਣ ਦੀ, ਗੁਰੂ ਨੂੰ ਲੱਭਣ ਦੀ ਭੁੱਖ ਹੋਵੇ। ਮਨ ਅਰਪਾਉ ਧਨ ਰਾਖੋਂ ਆਗੈ, ਮਨ ਕੀ ਮਤ ਮੋਹ ਸਗਲ ਤਿਆਗੀ। ਮੈਂ ਆਪਣੇ ਗੁਰੂ ਦੇ ਅੱਗੇ ਮਨ ਅਰਪਣ ਕਰ ਦੇਵਾਂ, ਧਨ ਅਰਪਣ ਕਰ ਦੇਵਾਂ,
ਭਾਵ ਆਪਣੀ ਕਮਾਈ ਦਾ 10ਵਾਂ ਹਿੱਸਾ ਗੁਰੂ ਦੀ ਕੌਮ ਦੀ ਚੜ੍ਹਦੀ ਕਲਾ ਲਈ ਵਰਤਦਾ ਰਵਾਂ। ਆਖੋ ਮੇਰੇ ਜਿਹੜੀ ਮਨ ਦੀ ਆਪਣੀ ਮੱਤ ਹੈ ਨਾ, ਨਿਜ ਮੱਤ ਮੈਂ ਛੱਡ ਦੇਵਾਂ ਤੇ ਗੁਰੂ ਦਾ ਨਜ਼ਰੀਆ, ਗੁਰੂ ਦੀ ਸੋਚ, ਗੁਰੂ ਦੀ ਮੱਤ ਲੈ ਲਵਾਂ। ਜੋ ਪ੍ਰਭ ਕੀ ਹਰ ਕਥਾ ਸੁਨਾਵੈ, ਅਨ ਦਿਨ ਫਿਰੋਂ ਤਿਸ ਪਿੱਛੇ ਬੈਰਾਗੀ। ਮੇਰੇ ਜਿਸ ਗੁਰੂ ਨੇ ਰੱਬ ਦੀ ਕਥਾ ਸੁਣਾਉਣੀ ਹੈ, ਰੱਬੀ ਗਿਆਨ, ਰੱਬੀ ਉਪਦੇਸ਼, ਰੱਬੀ ਨਿਜ਼ਮ, ਰੱਬ ਦੇ ਗੁਣਾਂ ਦੀਆਂ, ਰੱਬੀ ਮਾਰਗ ਦੀਆਂ ਵਿਚਾਰਾਂ ਸੁਣਾਉਣੀਆਂ ਨੇ, ਮੈਂ ਦਿਨ ਰਾਤ ਹਰ ਵੇਲੇ ਗੁਰੂ ਦੇ ਪਿੱਛੇ ਫਿਰਾਂ, ਭਾਵ ਗੁਰੂ ਨੂੰ ਫੋਲੋ ਕਰਾਂ, ਗੁਰੂ ਦੇ ਉਪਦੇਸ਼ਾਂ ਨੂੰ ਮੰਨਾਂ ਕਿ ਅੰਦਰ ਬੈਰਾਗ ਬਣਿਆ ਰਵੇ, ਅੰਦਰ ਗੂੜੀ ਪ੍ਰੀਤ ਬਣੀ ਰਵੇ। ਇਹ ਪ੍ਰੀਤ, ਇਹ ਲਗਨ, ਇਹ ਜਜ਼ਬਾ, ਇਹ ਤੜਫ, ਇਹ ਬੈਰਾਗ ਕਿਵੇਂ ਪੂਰਾ ਹੁੰਦਾ ਹੈ? ਅਗਲੇ ਪਦੇ ਵਿੱਚ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਬਚਪਨ ਵਿੱਚ, ਟੀਨਏਜ ਵਿੱਚ, ਜਵਾਨੀ ਵਿੱਚ ਮਾਪਿਆਂ ਨੇ ਗੁਰੂ ਦੀਆਂ ਗੱਲਾਂ ਜੇ ਦਸੀਆਂ ਸੀ, ਗੁਰੂ ਦਾ ਵਿਰਸਾ ਸੁਣਾਇਆ ਸੀ, ਜੇ ਗੁਰੂ ਦਾ ਵਿਰਸਾ ਪੜ੍ਹਾਇਆ ਸੀ, ਜੇ ਮਾਪਿਆਂ ਨੇ ਗੁਰਬਾਣੀ ਪੜ੍ਹਾਈ, ਗੁਰਬਾਣੀ ਸੁਣਾਈ, ਗੁਰਬਾਣੀ ਯਾਦ ਕਰਵਾਈ, ਸਤਸੰਗਤ ਕਰਵਾਈ, ਜੇ ਬਚਪਨ ਵਿੱਚ ਗੁਰਮਤਿ ਕੈਂਪ ਅਟੈਂਡ ਕੀਤੇ, ਗੁਰਮਤਿ ਕਲਾਸਾਂ ਅਟੈਂਡ ਕੀਤੀਆਂ, ਸਤਸੰਗਤ ਦੇ ਵਿੱਚ ਗੁਰੂ ਤੋਂ ਸਿੱਖਿਆ, ਉਹ ਸਾਰੇ ਅੰਦਰ ਵਿਚਾਰ ਕੁਰੰਬਲਾਂ ਬਣ ਕੇ ਬੈਠੇ ਨੇ। ਆਖੋ ਵਾਹਿਗੁਰੂ। ਅੰਕੁਰ, ਉਹ ਬੀਜ ਜਿਹੜਾ ਕੁਰੰਬਲਾਂ ਫੁੱਟਣ ਤੇ ਆਇਆ, ਉਹਨੂੰ ਅੰਕੁਰ ਕਹਿੰਦੇ ਨੇ, ਜਿਹਦੇ 'ਚ ਹੁਣ ਕੁਰੰਬਲਾਂ ਨਿਕਲਣੀਆਂ ਨੇ। ਉਹ ਪੂਰਵ ਕਰਮ ਹੈ, ਜੋ ਅੱਜ ਤੱਕ ਦੇ ਕੀਤੇ ਹੋਏ ਕਰਮ ਅੰਕੁਰ ਬਣ ਗਏ, ਤੇ ਜਦੋਂ ਗੁਰੂ ਦਾ ਮਿਲਾਪ ਹੋਇਆ, ਉਹ ਫੁੱਟਿਆ ਏ ਬੀਜ। ਆਖੋ ਵਾਹਿਗੁਰੂ। ਜਿਸ ਮਾਂ ਨੇ ਕਦੀ ਸਾਖੀਆਂ ਸੁਣਾਈਆਂ ਹੀ ਨਹੀਂ, ਜਿਸ ਬਾਪ ਨੇ ਕਦੀ ਬੱਚਿਆਂ ਨੂੰ ਬਾਣੀ ਪੜ੍ਹਾਈ ਹੋਈ ਨਹੀਂ, ਮਿੱਤਰ ਦੋਸਤ ਵੀ ਐਸੇ ਮਿਲੇ ਜਿਨ੍ਹਾਂ ਕੋ ਸੰਗ ਹੀ ਸਿਖਾਇਆ, ਅੰਦਰ ਬੀਜ ਹੀ ਸੁੱਕਿਆ ਪਿਆ। ਆਖੋ ਵਾਹਿਗੁਰੂ। ਗੁਰੂ ਨੂੰ ਮਿਲ ਕੇ ਜਿਹੜਾ ਬੀਜ ਅੱਜ ਤੱਕ ਜੋ ਸੁਣਿਆ, ਦੇਖਿਆ, ਬੋਲਿਆ, ਜਿਸ ਕਲਚਰ ਵਿੱਚ, ਜਿਸ ਸੰਸਕਾਰਾਂ ਵਿੱਚ, ਜਿਸ ਮਾਹੌਲ ਵਿੱਚ ਗਰੋ ਅਪ ਹੋਇਆ, ਉਹਦੇ 'ਚੋਂ ਜਿਹੜੇ ਚੰਗੇ ਵਿਚਾਰ, ਗੁਰੂ ਦੇ ਵਿਚਾਰ ਸੁਣੇ, ਵੇਖੇ, ਬੋਲੇ, ਅੰਦਰ ਬੈਠੇ ਨਾ, ਉਹ ਬੀਜ ਅੰਕੁਰ ਬਣਦੇ ਨੇ, ਫੁੱਟਦੇ ਨੇ ਜਦੋਂ ਗੁਰੂ ਨਾਲ ਮਿਲਾਪ ਹੁੰਦਾ ਹੈ, ਭਾਵ ਗੁਰੂ ਦੇ ਉਪਦੇਸ਼ ਮੰਨਣ ਦੀ ਭਾਵਨਾ ਜਾਗਦੀ ਹੈ। ਤੇ ਫਿਰ ਉਸ ਵਾਹਿਗੁਰੂ ਜੀ ਦੇ ਨਾਲ ਮਿਲਾਪ ਕਰਵਾਉਂਦੇ ਨੇ ਗੁਰੂ ਸਾਹਿਬ। ਭੇਟਿਓ ਪੁਰਖ ਰਸਕ ਬੈਰਾਗੀ, ਜੋ ਖੁਦ ਬੈਰਾਗ ਵਿੱਚ ਭਿੱਜੇ ਹੋਏ ਨੇ, ਜੋ ਖੁਦ ਰਸ ਵੰਡਣ ਵਾਲੇ ਨੇ, ਰਸ ਵਿੱਚ ਭਿੱਜੇ ਹੋਏ ਨੇ, ਐਸੇ ਗੁਰੂ ਨਾਲ ਮਿਲਾਪ ਹੁੰਦਾ ਹੈ। ਜਦੋਂ ਇੱਥੇ ਮੈਂ ਬੇਨਤੀ ਕਰਾਂ, ਹਰ ਗੁਰਸਿੱਖ ਆਪਣੇ ਅੰਦਰ ਝਾਤੀ ਮਾਰੇ, ਸਹਿਜ ਪਾਠ ਅਰਥਾਂ ਸਮੇਤ ਕਰਨ ਦਾ ਜਜ਼ਬਾ ਕਿੰਨਾ ਕੁ ਹੈ? ਅਰਥ ਸਮਝਣੇ ਨੇ, ਰਮਜ਼ਾਂ ਸਮਝਣੀਆਂ ਨੇ, ਕਹਾਵਤਾਂ ਸਮਝਣੀਆਂ ਨੇ। ਲੈ ਜਾਓ ਘਰ ਘਰ ਦੇ ਵਿੱਚ ਇਹ ਸੰਦੇਸ਼। ਹਰ ਗੁਰਸਿੱਖ ਇੱਕ ਜ਼ਿੰਮੇਵਾਰੀ ਸੰਭਾਲੇ, ਘਰ ਘਰ ਅੰਦਰ ਧਰਮਸ਼ਾਲ ਇਹ ਮਿਸ਼ਨ ਹਰ ਘਰ ਤੱਕ ਲੈ ਕੇ ਜਾਣਾ ਹੈ। ਹਰ ਗੁਰੂ ਕਾ ਗੁਰਸਿੱਖ ਅਰਥਾਂ ਸਮੇਤ ਸਹਿਜ ਪਾਠ ਕਰੇ। ਜਦੋਂ ਗੁਰੂ ਦੇ ਉਪਦੇਸ਼ ਸੋਚ ਸੁਭਾਅ ਤੇ ਲਾਗੂ ਹੁੰਦੇ ਨੇ ਨਾ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਅੰਦਰ ਨਾ ਸਮਝੀ ਦਾ ਅਗਿਆਨਤਾ ਦਾ ਹਨੇਰਾ ਹੈ। ਪਤਾ ਹੈ ਬੜਾ ਵੱਡਾ ਗੁਣ ਹੈ ਹਰ ਇੱਕ ਦੇ ਗੁਣਾਂ ਨੂੰ ਫੋਕਸ ਕਰਨਾ, ਗੁਣਾਂ ਦੀ ਚਰਚਾ ਕਰਨੀ। ਪਤਾ ਹੈ ਇਸ ਗੁਣ ਦਾ ਦੂਸਰਾ ਹਿੱਸਾ ਹੈ ਕਿ ਔਗਣਾਂ ਨੂੰ ਫੋਕਸ ਨਹੀਂ ਕਰਨਾ ਤੇ ਨਿੰਦਾ ਤੋਂ ਬਚਣਾ। ਪਤਾ ਹੈ ਸਭ ਨੂੰ, ਪਰ ਇਹਦੇ ਪ੍ਰਤੀ ਲਾਪਰਵਾਹੀ ਵਰਤੀ ਬੈਠਾ ਹੈ। ਉਹ ਹਨੇਰਾ ਹੈ, ਉਹ ਅਗਿਆਨਤਾ ਹੈ, ਲਾਪਰਵਾਹ ਹੈ। ਫਿਰ ਕੀ ਹੋ ਗਿਆ? ਚਲੋ ਕੋਈ ਨਹੀਂ, ਸਾਰੇ ਹੀ ਕਰਦੇ ਆ। ਇਹ ਹਨੇਰਾ ਮਿਟ ਜਾਂਦਾ ਹੈ ਜਦੋਂ ਗੁਰੂ ਦੇ ਉਪਦੇਸ਼ ਚੋਟ ਮਾਰਦੇ ਨੇ। ਮਿਟਿਓ ਅੰਧੇਰ ਮਿਲਤ ਹਰ ਨਾਨਕ। ਨਾਨਕ ਜੀ, ਫਿਰ ਹਰੀ ਦਾ ਮਿਲਾਪ ਹੁੰਦਾ ਹੈ। ਜਿੰਨੇ ਵਾਰੀ ਵੀ ਸਾਡੇ ਅੰਦਰ ਕੋਈ ਵੀ ਭੈੜੀ ਪ੍ਰਵਿਰਤੀ ਨੇ ਜਨਮ ਲਿਆ, ਮੱਤ ਸੌਂਦੀ ਗਈ ਹੈ। ਮੈਂ ਫਿਰ ਦੁਹਰਾ ਦਿਆਂ, ਜਦੋਂ ਅਸੀਂ ਨਿੰਦਾ ਕਰਦੇ ਹਾਂ, ਉਸ ਗੁਣ ਪੱਖੋਂ ਮੌਤ ਜਿਹੜੀ ਮੱਤ ਹੈ ਨਾ, ਉਹ ਸੌਂ ਗਈ ਹੈ, ਲਾਪਰਵਾਹੀ ਵਰਤ ਗਈ ਹੈ ਕਿ ਨਿੰਦਾ ਨਹੀਂ ਕਰਨੀ ਚਾਹੀਦੀ।
ਜਿੰਨੇ ਵਾਰੀ ਵੀ ਅਸੀਂ ਸਾਡੇ ਅੰਦਰ ਨਫ਼ਰਤ ਦਾ ਜਨਮ ਹੁੰਦਾ, ਚਾਹੇ ਕੋਈ ਵੀ ਹੈ, ਨਫ਼ਰਤ ਇੱਕ ਐਸੀ ਹੈ, ਭਰਾ ਪ੍ਰਤੀ ਵੀ ਹੋ ਸਕਦੀ ਹੈ, ਨਫ਼ਰਤ ਮਾਤਾ ਪਿਤਾ ਪ੍ਰਤੀ ਵੀ ਹੋ ਜਾਂਦੀ ਹੈ, ਨਫ਼ਰਤ ਬੱਚਿਆਂ ਪ੍ਰਤੀ ਵੀ ਹੋ ਜਾਂਦੀ ਹੈ, ਨਫ਼ਰਤ ਪਤਨੀ ਦੇ ਅੰਦਰ ਪਤੀ ਪ੍ਰਤੀ ਵੀ ਪੈਦਾ ਹੋ ਜਾਂਦੀ ਹੈ, ਪਤੀ ਦੇ ਅੰਦਰ ਪਤਨੀ ਪ੍ਰਤੀ ਨਫ਼ਰਤ ਪੈਦਾ ਹੋ ਜਾਂਦੀ ਹੈ। ਇਹ ਹਰ ਰਿਸ਼ਤੇ ਵਿੱਚ ਅੱਖਾਂ ਤੇ ਪੱਟੀ ਬੰਨ੍ਹ ਦਿੰਦੀ ਹੈ। ਆਖੋ ਵਾਹਿਗੁਰੂ। ਜਿੰਨੇ ਵਾਰੀ ਨਫ਼ਰਤ ਹੁੰਦੀ ਹੈ, ਗੁਰੂ ਦੇ ਉਪਦੇਸ਼ ਤੋਂ ਲਾਪਰਵਾਹ ਹੋ ਗਈ ਹੈ, ਮੱਤ ਸੌਂ ਗਈ ਹੈ। ਇਹ ਜਿਹੜੀ ਵੱਖ-ਵੱਖ ਸਮਿਆਂ ਤੇ ਇਹ ਜਨਮ ਹੁੰਦੇ ਗਏ ਤੇ ਮੱਤ ਸੌਂਦੀ ਹੈ ਨਾ, ਇਹ ਜਾਗ ਪੈਂਦੀ ਹੈ। ਗੁਰੂ ਦੇ ਉਪਦੇਸ਼ਾਂ ਦੀਆਂ ਚੋਟਾਂ ਵੱਜਦੀਆਂ ਨੇ ਜਦੋਂ। ਆਖੋ ਜਨਮ ਜਨਮ ਕੀ ਸੋਈ ਜਾਗੀ, ਸੁੱਤੀ ਹੋਈ ਮੱਤ ਜਾਗ ਪਈ। ਗੌੜੀ ਮਹੱਲਾ ਪੰਜਵਾਂ, ਅਗਲਾ ਸ਼ਬਦ ਗੌੜੀ ਰਾਗ ਦਾ, ਗੁਰੂ ਅਰਜਨ ਦੇਵ ਸਾਹਿਬ ਜੀ। ਨਿਕਸਰੇ ਪੰਖੀ ਸਿਮਰ ਹਰ ਪਾਂਖ। ਐ ਮਨਾ, ਤੂੰ ਪੰਖੀ ਹੈ, ਪੰਛੀ ਹੈ, ਉੱਡਦਾ ਹੈ। ਤੂੰ ਮਾਇਆ ਦੇ, ਦੁਨਿਆਵੀ ਪ੍ਰਾਪਤੀਆਂ ਦੇ, ਪਸ਼ੂ ਪ੍ਰਵਿਰਤੀਆਂ ਦੇ, ਕੁਸੰਗੀ ਪ੍ਰਵਿਰਤੀਆਂ ਦੇ ਆਲਣੇ ਚੋਂ ਬਾਹਰ ਨਿਕਲ। ਅਸਲੀ ਮਾਰਗ ਨੂੰ ਛੱਡ ਕੇ ਜਿਹੜੀਆਂ ਦੂਸਰੀਆਂ ਉਡਾਰੀਆਂ ਮਾਰ ਰਹੇ ਨਾ, ਛੋਟੀਆਂ ਛੋਟੀਆਂ ਉਡਾਰੀਆਂ, ਉਸ ਆਲਣੇ ਚੋਂ ਬਾਹਰ ਨਿਕਲ। ਨਿਕਸਰੇ ਪੰਖੀ। ਰੱਬ ਦੀ ਯਾਦ ਇੱਕ ਉਹ ਖੰਭ ਨੇ, ਉਹਨਾਂ ਖੰਭਾਂ ਨਾਲ ਉੱਡਣਾ ਸਿੱਖ। ਆਖੋ ਵਾਹਿਗੁਰੂ। ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ। ਇਹ ਰਸ ਰੱਬ ਦੀ ਭੈ ਭਾਵਨੀ, ਇਹਨੂੰ ਭੈ ਭਾਵਨੀ ਕਹਿੰਦੇ। ਰੱਬ ਦਾ ਭੈ ਵੀ ਤੇ ਪਿਆਰ ਵੀ, ਉਹਦੀ ਯਾਦ। ਐਸੇ ਖੰਭ ਨੇ ਇਸ ਮਨ ਵਿੱਚ, ਇਸ ਖੰਭਾਂ ਨਾਲ ਮਨ ਵੱਡੀਆਂ ਉਡਾਰੀਆਂ ਮਾਰਦਾ, ਵੱਡੀ ਸੋਚ ਬਣਦੀ ਹੈ, ਵੱਡੇ ਵਿਜ਼ਨ, ਵੱਡੇ ਨਿਸ਼ਾਨੇ ਬਣਦੇ ਨੇ। ਉਹਦੇ ਲਈ ਮਿਲ ਸਾਧੂ ਸ਼ਰਨ ਗਹੋ ਪੂਰਨ ਰਾਮ। ਮਿਲ ਸਾਧੂ ਸ਼ਰਨ ਗਹੋ ਪੂਰਨ ਰਾਮ, ਰਤਨ ਹੀਰੇ ਸੰਗ ਰਾਖ ਰਹਾਓ। ਗੁਰੂ ਨੂੰ ਮਿਲ ਕੇ ਪੂਰਨ ਰਾਮ ਵਾਹਿਗੁਰੂ ਜੀ ਦੀ ਸ਼ਰਨ ਪੈਣਾ ਸਿੱਖ, ਤੇ ਵਾਹਿਗੁਰੂ ਜੀ ਦੇ ਗਿਆਨ ਰੂਪੀ ਰਤਨ ਨੂੰ ਹਿਰਦੇ 'ਚ ਸੰਭਾਲਣਾ ਸਿੱਖ। ਆਖੋ ਮਿਲ ਸਾਧੂ ਸ਼ਰਨ ਗਹੋ ਪੂਰਨ ਰਾਮ, ਰਤਨ ਹੀਰੇ ਸੰਗ ਰਾਖ। ਗਿਆਨ ਰਤਨ ਨੂੰ ਹਿਰਦੇ 'ਚ ਰੱਖ, ਗੁਰੂ ਦੇ ਉਪਦੇਸ਼ਾਂ ਨੂੰ ਹਿਰਦੇ 'ਚ ਵਸਾ। ਭ੍ਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ, ਅਤ ਤੀਖਣ ਮੋਹ ਕੀ ਫਾਸ। ਤੂੰ ਭਰਮ ਦੀ ਖੂਹੀ 'ਚ ਡਿੱਗਿਆ ਹੋਇਆ ਮਨਾ, ਤੈਨੂੰ ਭੁਲੇਖਾ ਹੈ ਕਿ ਦੁਨੀਆ ਦੀਆਂ ਪ੍ਰਾਪਤੀਆਂ ਨਾਲ ਆਹ ਕੁਛ ਹੋ ਜਾਏਗਾ। ਉਹ ਪ੍ਰਾਪਤੀਆਂ ਦੀ ਦੌੜ ਉਨੀ ਕੁ ਰੱਖਣੀ ਸੀ ਜਿੰਨੀ ਕੁ ਨਾਲ ਘਰ ਪਰਿਵਾਰ ਚਲਾਉਂਦਾ, ਬੱਚਿਆਂ ਨੂੰ ਵੈਲ ਸੈਟਲਡ ਕਰਦਾ। ਜੇ ਚਾਦਰ ਵੇਖ ਕੇ ਪੈਰ ਨਹੀਂ ਪਸਾਰੇ ਤੇ ਵੱਡੀਆਂ ਵੱਡੀਆਂ ਕਰਜ਼ਿਆਂ ਦੀਆਂ ਪੰਡਾਂ ਚੁੱਕੀਆਂ, ਤਾਂ ਭਰਮ ਭੁਲੇਖੇ ਦੀ ਖੂਹੀ 'ਚ ਡਿੱਗ ਪਿਆ। ਆਖੋ ਵਾਹਿਗੁਰੂ। ਭਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ, ਇਹਦੇ 'ਚ ਤ੍ਰਿਸ਼ਨਾ ਦਾ ਚਿੱਕੜ ਹੈ। ਉਹ ਤ੍ਰਿਸ਼ਨਾ ਦਾ ਬੜਾ ਰਸ ਆਉਂਦਾ, ਹੋਰ ਬਣਾ ਲਵਾਂ, ਹੋਰ ਬਣਾ ਲਵਾਂ, ਆਹ ਬਣਾ ਲਵਾਂ, ਆਹ ਬਣਾ ਲਵਾਂ। ਤੇ ਜੋ ਅਸਲੀ ਮਾਰਗ ਹੈ ਉਹ ਰਹਿ ਗਿਆ, ਇਸ ਚਿੱਕੜ ਵਿੱਚ ਉਲਝ ਗਿਆ। ਅਤ ਤੀਖਣ, ਆਪਣੇ ਆਪ ਨੂੰ ਬੜਾ ਸਿਆਣਾ ਮੰਨਦਾ ਹੈ, ਪਰ ਉਹ ਮੋਹ ਦੀ ਐਸੀ ਫਾਂਸੀ ਪੈ ਗਈ ਹੈ, ਬੜੀ ਤਿੱਖੀ, ਘੁੱਟ ਕੇ ਬੰਨ੍ਹ ਦਿੱਤੀ। ਉਹ ਤੈਨੂੰ ਆਦਤ ਹੀ ਬਣ ਗਈ। ਆਖੋ ਵਾਹਿਗੁਰੂ। ਇਹਦੇ 'ਚੋਂ ਨਿਕਲਣਾ ਹੀ ਔਖਾ ਹੋ ਗਿਆ। ਕਾਟਣ ਹਾਰ ਜਗਤ ਗੁਰ ਗੋਬਿੰਦ, ਚਰਨ ਕਮਲ ਤਾਂ ਕੇ ਕਰੋ ਨਿਵਾਸ। ਵਾਹਿਗੁਰੂ ਜੀ ਦਾ ਸਰੂਪ ਸੱਚਾ ਗਿਆਨ ਹੈ, ਤੇ ਸੱਚਾ ਗਿਆਨ ਗੁਰ ਸਰੂਪ ਹੈ। ਇਸ ਲਈ ਇੱਥੇ ਗੁਰ ਗੋਬਿੰਦ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਗੁਰ ਸਰੂਪ ਹੈ, ਸੱਚਾ ਗਿਆਨ, ਗੁਰੂ ਦੇ ਉਪਦੇਸ਼, ਉਹ ਰੱਬ ਦਾ ਰੂਪ ਹੈ, ਰੱਬ ਦਾ ਗਿਆਨ ਰੂਪ ਹੈ। ਇਸ ਉਪਦੇਸ਼ ਨੇ, ਸੱਚੇ ਗਿਆਨ ਨੇ ਤੇਰੇ ਮਨ ਨੂੰ, ਤੇਰੀ ਸੋਚ ਨੂੰ ਚੋਟਾਂ ਮਾਰੀਆਂ ਨਾ, ਤੇ ਫਾਹੀ ਕੱਟੀ ਜਾ ਸਕਦੀ ਹੈ। ਉਹ ਬਾਹਰ ਨਿਕਲਣਗੀਆਂ ਮਨਾ, ਅੱਜ ਤੱਕ ਭੁੱਲੇ ਹੀ ਕਿਉਂ ਫਿਰਿਆ। ਆਖੋ ਵਾਹਿਗੁਰੂ। ਮਨ ਦੇ ਅੰਦਰ ਹੰਕਾਰ, ਅਗਿਆਨਤਾ, ਇਹ ਕੜ ਟੁੱਟੇਗਾ ਜੇ ਭੁੱਬਾਂ ਵਿੱਚ ਅੰਦਰੋਂ ਹੰਝੂ ਨਿਕਲ। ਗੁਰੂ ਅੱਗੇ ਤਰਲੇ ਲਏਗਾ, ਆਪਣੀ ਸੋਚ ਬਦਲ ਦੇ, ਸੁਭਾਅ ਬਦਲ ਦੇ, ਨਵੀਂ ਵਿਚਾਰਧਾਰਾ ਵਿੱਚ ਜਿਉਣਾ ਸਿੱਖ।
ਪਿਛਲਾ ਸੋਚ ਸੁਭਾਉ ਦਾ ਚੋਲਾ ਲਾ ਦੇ, ਆਖੋ ਵਾਹਿਗੁਰੂ। ਗੋਬਿੰਦ ਦੇ ਚਰਨ ਕਮਲ ਸੱਚਾ ਗਿਆਨ ਰੱਬ ਦੇ ਉਪਦੇਸ਼ ਨੇ, ਇਹ ਗੁਰੂ ਦੇ ਚਰਨ ਕਮਲ ਵੀ ਨੇ। ਇਹਦੇ 'ਚ ਨਿਵਾਸ ਕਰਨਾ ਸਿੱਖ, ਇਹਨੂੰ ਮੰਨਣਾ ਸਿੱਖ। ਅੰਦਰ ਇੱਕ ਤੜਫ ਹੋਵੇ, ਅਰਦਾਸ ਹੋਵੇ, ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ, ਦੀਨਾਨਾਥ ਸੁਣੋ ਅਰਦਾਸ। ਇਹ ਗੋਬਿੰਦ ਵਾਹਿਗੁਰੂ ਜੀ, ਪਿਆਰੇ ਪ੍ਰੀਤਮ ਜੀਓ, ਨਿਮਾਣਿਆਂ ਤੇ ਕਿਰਪਾ ਕਰਨ ਵਾਲੇ, ਜਿਹਦਾ ਕੋਈ ਵੀ ਨਹੀਂ, ਉਹਦੇ ਸਵਾਮੀ ਮਾਲਕ ਵਾਹਿਗੁਰੂ ਜੀ, ਕਿਰਪਾ ਕਰੋ, ਮੇਰੀ ਅਰਦਾਸ ਸੁਣੋ। ਕਿਹੜੀ ਅਰਦਾਸ? ਕਰ ਗਹਿ ਲਿਹੋ ਨਾਨਕ ਕੇ ਸੁਆਮੀ, ਜੀਓ ਪਿੰਡ ਸਭ ਤੁਮਰੀ ਰਾਸ। ਕਿਰਪਾ ਕਰ ਦਿਓ ਵਾਹਿਗੁਰੂ ਜੀ, ਇਹ ਜੀਵਨ ਤੇ ਸਰੀਰ ਤੁਹਾਡੇ ਲੇਖੇ ਲਾ ਦਿਆਂ। ਤੁਹਾਡੀ ਹੀ ਪੂੰਜੀ ਹੈ, ਤੁਹਾਡੀ ਦਿੱਤੀ ਪੂੰਜੀ ਹੈ। ਜਿਸ ਵੇਲੇ ਗੁਰੂ ਦੇ ਸ਼ਬਦ ਚੋਟਾਂ ਮਾਰਦੇ ਨੇ ਨਾ, ਵਿਚਾਰਾਂ ਚੋਟਾਂ ਮਾਰਦੀਆਂ ਨੇ, ਉਸੇ ਵੇਲੇ ਪ੍ਰੋਮਿਸ ਕਰੋ ਆਪਣੇ ਆਪ ਨਾਲ, ਜ਼ਿੰਦਗੀ ਦੀ ਉਲਝਣ ਤਾਣੀ ਨੂੰ ਥੋੜ੍ਹਾ ਜਿਹਾ ਸਮੇਟ ਕੇ ਕੁਝ ਬੈਲੈਂਸ ਬਣਾਓ, ਗੁਰੂ ਦੇ ਪਰਉਪਕਾਰ ਲਈ, ਗੁਰੂ ਦੇ ਮਾਰਗ ਲਈ। ਅੰਦਰੋਂ ਅੰਦਰੀ ਅਰਦਾਸ ਕਰੋ, ਤੜਫ ਪੀੜਾ ਵਿੱਚ ਮਹਿਸੂਸ ਕਰੋ, ਜੀਵਨ ਤੇ ਸਰੀਰ ਵਾਹਿਗੁਰੂ ਦੀ ਦਿੱਤੀ ਪੂੰਜੀ ਹੈ। ਵਾਹਿਗੁਰੂ ਜੀ, ਇਸ ਮਾਰਗ ਤੇ ਤੁਰਨਾ ਸਿਖਾ ਦਿਓ। ਗੌੜੀ ਮਹੱਲਾ ਪੰਜਵਾਂ, ਅਗਲਾ ਸ਼ਬਦ ਗੌੜੀ ਰਾਗ ਦਾ, ਗੁਰੂ ਅਰਜਨ ਦੇਵ ਸਾਹਿਬ ਜੀ ਦਾ। ਹਰ ਪੇਖਨ ਕੋ ਸਿਮਰਤ ਮਨ ਮੇਰਾ, ਇਹ ਮਨ ਵਾਹਿਗੁਰੂ ਜੀ ਦੇ ਦੀਦਾਰ ਕਰਨ ਵਾਸਤੇ, ਵਾਹਿਗੁਰੂ ਜੀ ਦੀ ਯਾਦ ਵਿੱਚ ਜਿਉਣ ਵਾਸਤੇ ਇਹਦੇ ਅੰਦਰ ਪਿਆਸ ਬਣ ਗਈ। ਆਸ ਪਿਆਸੀ ਚਿਤਵੋਂ ਦਿਨ ਰਹਿਣੀ, ਹੈ ਕੋਈ ਸੰਤ ਮਿਲਾਵੈ ਨੇਰਾ ਰਹਾਓ। ਸੈਂਟਰਲ ਆਈਡੀਆ ਹੈ, ਮਨ ਵਿੱਚ ਆਸ ਹੈ, ਪਿਆਸ ਹੈ, ਦਿਨ ਰਾਤ ਇਹ ਚਿੱਤ ਵਧਾਏ ਕਿ ਵਾਹਿਗੁਰੂ ਜੀ ਦੇ ਦੀਦਾਰ, ਉਹਦਾ ਸੱਚਾ ਗਿਆਨ ਜੇ ਹਰ ਵਰਤਾਰੇ ਵਿੱਚ ਹੈ, ਤੇ ਮੈਂ ਉਸ ਗਿਆਨ ਦੇ ਦੀਦਾਰ ਕਰਾਂ, ਮੈਨੂੰ ਵੀ ਸਮਝ ਆ ਜਾਵੇ। ਜੇ ਵਾਹਿਗੁਰੂ ਜੀ ਦੇ ਗੁਣ ਹਰ ਥਾਂ ਤੇ ਨੇ, ਉਹਨਾਂ ਗੁਣਾਂ ਦੀ ਝਲਕ ਮੈਨੂੰ ਵੀ ਦੀਦਾਰ ਹੋਣ, ਮੈਂ ਵੀ ਗੁਣਾਂ ਨੂੰ ਫੋਕਸ ਕਰਾਂ, ਗੁਰੂ ਦੇ ਉਪਦੇਸ਼ ਮੰਨਾਂ। ਕੋਈ ਸੰਤ ਹੋਵੇ ਮੈਨੂੰ ਮਿਲਾਵੇ, ਇਹ ਵਾਹਿਗੁਰੂ ਤਾਂ ਹਾਜ਼ਰ ਨਾਜ਼ਰ ਨੇ। ਉਹ ਪੂਰਨ ਸੰਤ ਸਰੀਰਾਂ ਵਿੱਚ ਨਾ ਦੇਖਿਓ, ਪੂਰਨ ਸੰਤ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨੇ। ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਦੂਰ ਨਾ ਰਹੋ, ਅਰਥਾਂ ਸਮੇਤ ਪਾਠ ਕਰਦਿਆਂ ਅੰਦਰ ਝਾਤੀ ਮਾਰੋ। ਭਗਤ ਬੈਠੇ ਨੇ, ਬਹੁਤ ਕੁਝ ਸਿਖਾ ਰਹੇ ਨੇ, ਭੱਟ ਬੈਠੇ ਨੇ, ਗੁਰੂ ਸਾਹਿਬ ਬੈਠੇ ਨੇ। ਆਹਾ, ਗੁਰੂ ਨੇ ਜੀਵਨ ਜਿਉਣਾ ਸਿਖਾਉਣਾ, ਆਖੋ ਵਾਹਿਗੁਰੂ। ਸੇਵਾ ਕਰੋ ਦਾਸ ਦਾਸਨ ਕੀ, ਅਨਕ ਭਾਂਤ ਤਿਸ ਕਰੋ ਨਿਹੋਰਾ। ਭਗਤ ਗੁਰੂ ਸਾਹਿਬ ਖੁਦ ਰੱਬ ਦੇ ਦਾਸ ਨੇ, ਗੁਰੂ ਨਾਲ ਜੁੜੇ ਹੋਏ ਸੇਵਕ ਗੁਰਸਿੱਖ ਪਿਆਰੇ, ਉਹਨਾਂ ਦੇ ਵੀ ਦਾਸ ਬਣਨਾ, ਭਾਵ ਨਿਮਰਤਾ ਵਿੱਚ ਜਿਉਣਾ। ਸੇਵਾ ਕਰੋ, ਇੱਕ ਦੂਸਰੇ ਦੀ ਸਪੋਰਟ ਕਰਨੀ, ਹੈਲਪ ਕਰਨੀ, ਸੇਵਾ ਹੈਲਪ ਕਰਨੀ ਹੁੰਦਾ ਹੈ। ਸੇਵਾ ਲੋੜਵੰਦ ਦੀ ਲੋੜ ਪੂਰੀ ਕਰਨੀ ਹੁੰਦੀ ਹੈ, ਸਪੋਰਟ ਦੇਣੀ। ਹਰ ਗੁਰੂ ਕਾ ਗੁਰਸਿੱਖ ਇੱਕ ਦੂਸਰੇ ਨੂੰ ਸਪੋਰਟ ਕਰਨ ਤੁਰ ਪਵੇ ਨਾ, ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਜਿਉਣ ਸਿੱਖ ਜਾਈਏ, ਤੇ ਚੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਚੜ੍ਹਦੀਆਂ ਕਲਾ ਹੀ ਵਾਪਰਨਗੀਆਂ। ਅਨੇਕਾਂ ਭਾਂਤੀ, ਅਨੇਕਾਂ ਤਰ੍ਹਾਂ ਦੇ ਨਾਲ, ਅਨੇਕ ਭਾਂਤ ਤਿਸ ਕਰੋ ਨਿਹੋਰਾ। ਮੈਂ ਤਰਲੇ ਲੈ ਰਿਹਾ, ਵਾਹਿਗੁਰੂ ਜੀ ਕਿਰਪਾ ਕਰੋ, ਜੀਵਨ ਜਿਉਣਾ ਸਿਖਾ ਦਿਓ। ਤੁਲਾ ਧਾਰ ਤੋਲੇ ਸੁਖ ਸਗਲੇ, ਬਿਨ ਹਰ ਦਰਸ ਸਭੋ ਹੀ ਥੋਰਾ। ਤੁਲਾ ਧਾਰ ਤੋਲੇ, ਇੱਕ ਕਹਾਵਤ ਹੈ। ਵਾਹਿਗੁਰੂ ਜੀ ਦੁਨੀਆ ਦੇ ਸਾਰੇ ਸੁੱਖ ਤੱਕੜੀ 'ਚ ਪਾ ਕੇ ਤੋਲ ਕੇ ਦੇਖ ਲਏ, ਸਾਰੇ ਛੋਟੇ ਸੁੱਖ ਨੇ, ਸਭੋ ਹੀ ਥੋਰਾ। ਸਭ ਤੋਂ ਵੱਡਾ ਸੁੱਖ ਹੈ ਹਰ ਦਰਸ, ਬਿਨ ਹਰ ਦਰਸ ਸਭੋ ਹੀ ਥੋਰਾ। ਸਾਰੇ ਸੁੱਖ ਛੋਟੇ ਨੇ, ਸਭ ਤੋਂ ਵੱਡਾ ਸੁੱਖ ਹੈ ਵਾਹਿਗੁਰੂ ਜੀ ਦੇ ਦੀਦਾਰ। ਇਹ ਗੱਲ ਯਾਦ ਰੱਖਿਓ। ਹਰ ਵਰਤਾਰੇ ਵਿੱਚ ਰੱਬ ਰੱਬੀ ਗਿਆਨ ਬਣ ਕੇ ਬੈਠਾ, ਉਪਦੇਸ਼ ਬਣ ਕੇ ਬੈਠਾ। ਗੁਰੂ ਦੀਆਂ ਸਿੱਖਿਆਵਾਂ ਰਾਹੀਂ ਹਰ ਵਰਤਾਰੇ ਵਿੱਚੋਂ ਉਪਦੇਸ਼ ਸਮਝਣ ਦੀ ਯਤਨ ਕਰੋ। ਜਦੋਂ ਵੀ ਰੱਬ ਦਾ ਕੋਈ ਉਪਦੇਸ਼ ਹਰ ਵਰਤਾਰੇ ਵਿੱਚੋਂ ਸਮਝ ਆ ਜਾਵੇ, ਸਮਝ ਲਓ ਗਿਆਨ ਰੂਪ ਵਿੱਚ ਰੱਬ ਨੇ ਦੀਦਾਰ ਦੇ ਦਿੱਤੇ ਨੇ। ਹਰ ਇੱਕ ਵਿੱਚੋਂ ਗੁਣ ਲੱਭਣ ਦਾ ਯਤਨ ਕਰੋ। ਜਦੋਂ ਗੁਣ ਫੋਕਸ ਹੋਣਗੇ ਨਾ, ਸਮਝ ਲਓ ਰੱਬ ਗੁਣ ਬਣ ਕੇ ਦੀਦਾਰ ਦੇ ਰਿਹਾ। ਫਿਰ ਮਹਿਸੂਸ ਕਰਨਾ ਵਾਹਿਗੁਰੂ ਜੀ ਅੰਦਰ ਨੇ, ਵਾਹਿਗੁਰੂ ਜੀ ਹਰ ਥਾਂ 'ਤੇ ਨੇ। ਜਦੋਂ ਮਹਿਸੂਸ ਹੁੰਦਾ, ਸਮਝ ਲਓ ਵਾਹਿਗੁਰੂ ਜੀ ਦੇ ਦੀਦਾਰ ਹੋ ਗਏ ਨੇ। ਉਹਦਾ ਜਿਹੜਾ ਰਸ ਹੈ, ਸੁੱਖ ਹੈ, ਸੰਤੁਸ਼ਟੀ ਹੈ, ਇਹਦੇ ਮੁਕਾਬਲੇ 'ਤੇ
ਦੁਨੀਆ ਦਾ ਕੋਈ ਵੀ ਸੁੱਖ ਨਹੀਂ ਹੈ, ਆਖੋ ਵਾਹਿਗੁਰੂ। ਇਸ ਲਈ ਦੁਨੀਆ ਦੀਆਂ ਪ੍ਰਾਪਤੀਆਂ ਕਰਨੀਆਂ ਨੇ, ਪਰ ਪਰਉਪਕਾਰ ਦੇ ਮਾਰਗ ਤੇ ਤੁਰ ਕੇ, ਰੱਬੀ ਮਾਰਗ ਤੇ ਤੁਰ ਕੇ ਬਖਸ਼ਿਸ਼ ਦੀ ਪ੍ਰਾਪਤੀ ਕਰਨੀ ਹੈ। ਇਹਨੂੰ ਉੱਪਰ ਰੱਖਿਓ, ਆਖੋ ਵਾਹਿਗੁਰੂ। ਫਸਟ ਪ੍ਰਾਇੋਰਟੀ ਤੇ ਰੱਖਿਓ, ਤਰਜੀਹ ਇਸ ਨੂੰ ਦਿਓ। ਸੰਤ ਪ੍ਰਸਾਦ ਗਾਏ ਗੁਣ ਸਾਗਰ, ਜਨਮ ਜਨਮ ਕੋ ਜਾਤ ਬਹੋਰਾ। ਸੰਤ ਪ੍ਰਸਾਦ, ਗੁਰੂ ਦੀ ਕਿਰਪਾ, ਜਦੋਂ ਗੁਰੂ ਦੀ ਕਿਰਪਾ ਕੀਤੀ, ਗੁਣਾਂ ਦੇ ਸਾਗਰ ਵਾਹਿਗੁਰੂ ਜੀ ਨੂੰ ਗਾਉਣਾ ਆ ਗਿਆ। ਵਾਹਿਗੁਰੂ ਜੀ ਦੇ ਹੁਕਮ ਮੰਨਣੇ, ਉਪਦੇਸ਼ ਮੰਨਣੇ ਆ ਗਏ। ਉਹਦੇ ਗੁਣਾਂ ਵਿੱਚ ਜਿਉਣਾ ਆ ਗਿਆ, ਗੁਣਾਂ ਨਾਲ ਪਰਉਪਕਾਰ ਕਰਨਾ ਆ ਗਿਆ। ਕਿਵੇਂ? ਇਹ ਮਨ ਦੇ ਅੰਦਰ ਜਿੰਨੇ ਵਾਰੀ ਵੀ ਕੁਸੰਗੀ ਪ੍ਰਵਿਰਤੀਆਂ, ਭੈੜੀਆਂ ਆਦਤਾਂ ਦਾ ਜਨਮ ਹੁੰਦਾ ਨਾ, ਉਨੀ ਆਦਤ ਬਣਦੀ ਹੈ, ਮਨ ਵਾਰ-ਵਾਰ ਉਧਰ ਨੂੰ ਜਾਂਦਾ ਹੈ। ਬਹੋਰਾ ਮੋੜ ਦਿੱਤਾ ਵਾਹਿਗੁਰੂ ਜੀ ਨੇ, ਗੁਰੂ ਦੇ ਉਪਦੇਸ਼ਾਂ ਨੇ ਮੋੜ ਦਿੱਤਾ ਉਧਰ ਨੂੰ ਜਾਣ ਨੂੰ ਮਨ। ਆਨੰਦ ਸੂਖ ਭੇਟਤ ਹਰ ਨਾਨਕ, ਜਨਮ ਕਿਰਤਾਰਥ ਸਫਲ ਸਵੇਰਾ। ਵਾਹਿਗੁਰੂ ਜੀ ਦੇ ਮਿਲਾਪ ਨਾਲ, ਵਾਹਿਗੁਰੂ ਜੀ ਦੀ ਹੋਂਦ ਦੇ ਮਹਿਸੂਸ ਕਰਨ ਦੇ ਨਾਲ, ਇਹ ਨਾਨਕ ਜੀ ਜਨਮ ਸਫਲ ਹੋ ਗਿਆ। ਜਨਮ ਲਿਆ ਸੀ ਇਨਸਾਨ ਦਾ, ਗੁਰੂ ਵਾਲੇ ਬਣੇ ਸੀ, ਜਨਮ ਲਿਆ ਸੀ ਸਿੱਖ ਬਣਨ ਦਾ। ਸਿੱਖ ਦਾ ਜਨਮ ਉਦੋਂ ਹੋਇਆ ਸੀ ਜਦੋਂ ਅੰਮ੍ਰਿਤ ਛਕਿਆ ਸੀ, ਤੇ ਜਦੋਂ ਗੁਰੂ ਦੀ ਬਾਣੀ ਨੂੰ ਸਮਝ ਕੇ ਜਿਉਣ ਵਾਲੇ ਪਾਸੇ ਸ਼ੁਰੂ ਹੋਇਆ ਸੀ, ਤਾਂ ਇੱਕ ਗੁਰਮੁਖ ਜਨਮ ਸ਼ੁਰੂ ਹੋਇਆ ਸੀ। ਉਹ ਸਫਲ ਹੋ ਗਿਆ ਮਨੋਰਥ। ਸਵੇਰਾ, ਵੇਲੇ ਸਿਰ, ਸਵੇਰੇ ਦਾ ਅਰਥ ਹੈ ਵੇਲੇ ਸਿਰ, ਸਮੇਂ ਸਿਰ। ਸਭ ਤੋਂ ਵੱਡਾ ਆਤਮਿਕ ਆਨੰਦ ਤੇ ਸਭ ਤੋਂ ਵੱਡਾ ਆਤਮਿਕ ਸੁੱਖ ਮਿਲ ਗਿਆ, ਆਖੋ ਵਾਹਿਗੁਰੂ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਗੌੜੀ ਰਾਗ ਹੈ, ਪੂਰਬੀ ਕਿਸਮ ਹੈ, ਪੰਚਮ ਪਾਤਸ਼ਾਹ ਦਾ ਸ਼ਬਦ ਹੈ। ਇੱਥੇ ਤੁਸੀਂ ਇੱਕ ਨਵੀਂ ਚੀਜ਼ ਦੇਖ ਰਹੇ ਹੋ, ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਹਿਲੀ ਵਾਰ 2204 ਅੰਗ ਤੇ ਆਉਂਦੀ ਹੈ। ਪੂਰਬੀ ਦੇ ਹੇਠਾਂ ਇੱਕ ਛੋਟਾ ਜਿਹਾ ਏਕਾ ਪਾਇਆ ਹੋਇਆ ਹੈ। ਪਿੱਛੇ ਤੁਸੀਂ ਦੇਖਿਆ ਹੋਵੇਗਾ ਕਈ ਥਾਵਾਂ ਤੇ ਲਿਖਿਆ ਸੀ ਘਰ ਪਹਿਲਾ। ਇਹ ਉਸੇ ਤਰ੍ਹਾਂ ਪੂਰਾ ਲਿਖਣ ਦੀ ਬਜਾਏ ਹੇਠਾਂ ਏਕਾ ਪਾ ਦਿੱਤਾ ਕਿ ਇਹਨੂੰ ਪਹਿਲੇ ਘਰ ਵਿੱਚ ਪਾਉਣਾ ਹੈ। ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ। ਮੂਲ ਮੰਤਰ ਦਾ ਸੰਖੇਪ ਸਰੂਪ ਹੈ, ਏਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਸਰੂਪ ਦੀ ਕਿਰਪਾ ਹੋਵੇ, ਵਾਹਿਗੁਰੂ ਦਾ ਮਿਲਾਪ, ਵਾਹਿਗੁਰੂ ਦੇ ਮਾਰਗ ਤੇ ਤੁਰਨ ਦਾ ਰਸ, ਜਜ਼ਬਾ, ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਕਿਨ ਬਿਦ ਮਿਲੈ ਗੁਸਾਈ, ਮੇਰੇ ਰਾਮ ਰਾਏ। ਜਦੋਂ ਅੰਦਰ ਇਹ ਪਿਆਸ ਬਣੀ ਕਿ ਮੇਰੇ ਰਾਮ ਰਾਏ ਵਾਹਿਗੁਰੂ ਜੀ, ਗੁਸਾਈ ਮੇਰੇ ਮਾਲਕ, ਕਿਸ ਤਰੀਕੇ ਨਾਲ ਮਿਲਾਪ ਹੁੰਦਾ ਉਹਨਾਂ ਦਾ। ਜੇ ਰੱਬ ਹਰ ਵਰਤਾਰੇ ਵਿੱਚ ਗਿਆਨ ਬਣ ਕੇ ਹੈ, ਤਾਂ ਉਹ ਦੀਦਾਰ ਕਿਵੇਂ ਹੁੰਦੇ ਨੇ। ਜੇ ਵਾਹਿਗੁਰੂ ਜੀ ਹਰ ਇੱਕ ਵਿੱਚ ਗੁਣ ਬਣ ਕੇ ਬੈਠੇ ਨੇ, ਗੁਣਾਂ ਦੇ ਦੀਦਾਰ ਕਿਵੇਂ ਹੁੰਦੇ ਨੇ। ਜੇ ਵਾਹਿਗੁਰੂ ਜੀ ਮੇਰੇ ਅੰਦਰ ਤੇ ਬਾਹਰ ਹਰ ਥਾਂ ਤੇ ਨੇ, ਉਹ ਮਹਿਸੂਸ ਕਿਵੇਂ ਹੁੰਦੇ ਨੇ। ਕਿਨ ਬਿਦ ਮਿਲਾ, ਇਸ ਤਰੀਕੇ ਨਾਲ। ਕੋਈ ਐਸਾ ਸੰਤ ਸਹਿਜ ਸੁਖ ਦਾਤਾ, ਮੋਹਿ ਮਾਰਗ ਦੇ ਬਤਾਈ ਰਹਾਓ। ਕੋਈ ਐਸਾ ਸੰਤ ਹੋਵੇ ਜਿਹੜਾ ਅਡੋਲਤਾ ਤੇ ਆਤਮਿਕ ਆਨੰਦ ਦੇਣ ਵਾਲਾ ਦਾਤਾ ਹੋਵੇ, ਮੈਨੂੰ ਮਾਰਗ ਦੱਸ ਦੇਵੇ। ਬਤਾਈ, ਮਾਰਗ ਦੇ ਬਤਾਈ, ਮਾਰਗ ਦੱਸ ਦੇਵੇ। ਸੰਤ ਕੌਣ ਹੈ? ਇੱਥੇ ਸੰਤ ਤੱਤੇ ਨੂੰ ਔਂਕੜ ਹੈ, ਇੱਕ ਵਚਨ ਹੈ, ਸਿੰਗੂਲਰ ਨਾਉਨ ਦੇ ਔਂਕੜ ਲੱਗਦਾ ਹੈ ਅਖੀਰਲੇ ਅੱਖਰ ਨੂੰ। ਆਮ ਪੰਜਾਬੀ ਵਿੱਚ ਨਹੀਂ ਤੁਸੀਂ ਦੇਖੋਗੇ। ਆਮ ਪੰਜਾਬੀ ਦੇ ਵਿੱਚ ਅਖੀਰ ਦੇ ਉੱਪਰ ਇੱਕ ਤਾਂ ਕਿਰਿਆ ਹੁੰਦੀ ਹੈ ਨਾ, ਵਰਬ, ਅਡਵਰਬ, ਕਿਰਿਆ ਤੇ ਸਹਾਇਕ ਕਿਰਿਆ। ਇਸ ਤੋਂ ਇਲਾਵਾ ਨਾਉਨ ਹੁੰਦੇ ਨੇ, ਪ੍ਰਨਾਉਨ ਹੁੰਦੇ ਨੇ। ਤੁਸੀਂ ਉਹਨਾਂ ਦੇ ਅਖੀਰ ਤੇ ਸਿਹਾਰੀਆਂ ਨਹੀਂ ਦੇਖੋਗੇ। ਪੰਜਾਬੀ 'ਚ ਤੁਹਾਨੂੰ ਕਿਤੇ ਨਹੀਂ ਮਿਲੇਗਾ। ਗੁਰ ਦੇ, ਸਤਿਗੁਰ ਦੇ, ਇਹ ਨਾਉਨ ਨੇ। ਫਿਰ ਤੁਸੀਂ ਅਖੀਰ ਤੇ ਔਂਕੜ ਨਹੀਂ ਦੇਖੋਗੇ ਪੰਜਾਬੀ 'ਚ। ਇਹ ਗੁਰਮੁਖੀ ਦੇ ਵਿੱਚ ਹੈ। ਇਹ ਗੁਰੂ ਪਾਤਸ਼ਾਹ ਦੀ ਲਿਖਣ ਸ਼ੈਲੀ ਹੈ। ਇਹ ਨਿਜ਼ਮਾਵਲੀ ਹੈ। ਨਿਜ਼ਮ ਸਾਨੂੰ ਸਿੱਖਣੇ ਪੈਣਗੇ। ਇਹਨੂੰ ਗੁਰਬਾਣੀ ਗ੍ਰਾਮਰ ਕਹਿੰਦੇ ਨੇ। ਹਰ ਸਿੱਖ ਨੂੰ ਸਿੱਖਣੇ ਚਾਹੀਦੇ ਨੇ। ਇਹ ਇੱਕ ਵਚਨ ਹੈ। ਉਹ ਕੌਣ ਹੈ? ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਗ੍ਰੰਥ ਸਾਹਿਬ ਜੀ ਮੇਰੇ ਗੁਰੂ ਪਾਤਸ਼ਾਹ ਆਪ ਅਡੋਲ ਸਨ, ਤੇ ਅਡੋਲਤਾ ਦਾ ਮਾਰਗ ਉਹੀ ਦੱਸਦੇ ਨੇ। ਉਹ ਆਤਮਿਕ ਸੁੱਖ ਵਿੱਚ ਜਿਉਂਦੇ ਸੀ, ਤੱਤੀ ਤਵੀ ਤੇ ਵੀ, ਉਬਲਦੀ ਹੋਈ ਦੇਗ ਵਿੱਚ ਵੀ, ਚਾਂਦਨੀ ਚੌਂਕ ਵਿੱਚ ਵੀ, ਚਮਕੌਰ ਦੀ ਗੜੀ ਵੀ, ਸਰਹੰਦ ਦੀ ਦੀਵਾਰ ਵੀ।
ਕਿਸੇ ਬੰਦੇ ਨੂੰ ਤੁਸੀਂ ਸੰਤ ਮੰਨੋਗੇ ਨਾ, ਪਤਾ ਨਹੀਂ ਉਹ ਤਤੀ ਤਵੀ ਦਾ ਕਦੀ ਮੌਕਾ ਆਇਆ ਕਿ ਅੰਦਰ ਖਾਤੇ ਹਕੂਮਤਾਂ ਨਾਲ ਸਮਝੌਤੇ ਹੀ ਨਾ ਕਰ ਬੈਠੇ, ਆਖੋ ਵਾਹਿਗੁਰੂ। ਇਹ ਗੁਰੂ ਸਾਹਿਬ ਨੇ ਸਾਡੇ ਲਈ, ਸੰਤ ਸਭ ਤੋਂ ਵੱਡੇ ਗੁਰੂ ਨੇ, ਤੇ ਗੁਰੂ ਗ੍ਰੰਥ ਸਾਹਿਬ ਜੀ ਹੀ ਸਭ ਤੋਂ ਵੱਡੇ ਸਾਡੇ ਸੰਤ ਨੇ। ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਸਹਿਜ ਅਡੋਲਤਾ ਤੇ ਆਤਮਿਕ ਸੁੱਖ ਉਹਦੇ ਦਾਤੇ ਨੇ, ਤੇ ਉਹਨਾਂ ਨੇ ਮਾਰਗ ਦੱਸਣਾ ਕਿਵੇਂ ਪ੍ਰਾਪਤ ਹੋਣਾ, ਜਿਉਣਾ ਕਿਵੇਂ ਹੈ। ਅੰਤਰ ਅਲਖ ਨਾ ਜਾਈ ਲਖਿਆ, ਵਿੱਚ ਪੜਦਾ ਹਾਂ ਮੈਂ ਪਾਈ। ਫਿਰ ਗੁਰੂ ਸਾਹਿਬ ਦੱਸਦੇ ਨੇ ਕਿ ਅਲਖ ਵਾਹਿਗੁਰੂ ਜੀ ਤਾਂ ਸਾਡੇ ਅੰਦਰ ਨੇ, ਹਉਮੈ ਦਾ ਪਰਦਾ ਪਿਆ ਹੋਇਆ ਹੈ, ਨਾ ਜਾਈ ਲਖਿਆ, ਉਹ ਮਹਿਸੂਸ ਨਹੀਂ ਹੋ ਰਿਹਾ। ਮਾਇਆ ਮੋਹ ਸਭੋ ਜਗ ਸੋਇਆ, ਇਹ ਭ੍ਰਮ ਕਹੋ ਕਿਉਂ ਜਾਈ। ਦੁਨਿਆਵੀ ਖਿੱਚ, ਰੱਬ ਦੇ ਮਾਰਗ ਤੋਂ, ਗੁਰੂ ਦੇ ਮਾਰਗ ਤੋਂ ਬਿਨਾਂ ਦੂਸਰੇ ਪਾਸੇ ਦੀ ਜਿਹੜੀ ਖਿੱਚ ਹੈ ਨਾ, ਰੋਂਗ ਅਟੈਂਸ਼ਨ ਜਿਹਨੂੰ ਆਪਾਂ ਕਹਿੰਦੇ ਆ, ਉਹ ਮਾਇਆ ਹੈ। ਇਹ ਬੜੀ ਚੰਗੀ ਲੱਗਦੀ ਹੈ, ਉਹਦਾ ਮੋਹ ਪੈ ਗਿਆ ਹੈ। ਇਹ ਸਾਰਾ ਜੱਗ ਇਹਦੇ 'ਚ ਸੁੱਤਾ ਹੋਇਆ ਹੈ, ਅਨਅਵੇਅਰ ਹੈ। ਸੁੱਤੇ ਦੇ ਅਰਥ ਅਨਅਵੇਅਰਡ, ਅਚੇਤ ਹੈ, ਚੇਤਨਾ ਨਹੀਂ ਹੈ, ਜਾਗ੍ਰਿਤੀ ਨਹੀਂ ਹੈ, ਕੌਨਸ਼ੀਅਸਨੈਸ ਨਹੀਂ ਹੈ। ਇਹ ਭਰਮ ਕਿਵੇਂ ਜਾਵੇ ਅੰਦਰੋਂ। ਏਕਾ ਸੰਗਤ ਇਕਤ ਗ੍ਰਹਿ ਬਸਤੇ, ਮਿਲ ਬਾਤ ਨਾ ਕਰਤੇ ਭਾਈ। ਅੰਦਰ ਵਾਹਿਗੁਰੂ ਜੀ ਦੀ ਜੋਤ ਹੈ, ਉੱਥੇ ਹੀ ਮਨ ਹੈ। ਵਿਚਾਰ ਹੀ ਨਹੀਂ ਕਰਦਾ, ਰੱਬ ਦੇ ਉਪਦੇਸ਼ਾਂ ਨੂੰ ਲੈਂਦਾ ਹੀ ਨਹੀਂ, ਸਿੱਖਦਾ ਹੀ ਨਹੀਂ, ਸੁਣਦਾ ਹੀ ਨਹੀਂ। ਆਪਸ ਵਿੱਚ ਮਿਲਾਪ ਨਹੀਂ ਹੋ ਰਿਹਾ, ਇੱਕੋ ਹੀ ਸੇਜ ਤੇ ਨੇ। ਐਸੀ ਕੋਈ ਜਗ੍ਹਾ ਹੀ ਨਹੀਂ ਹੈ ਜਿੱਥੇ ਵਾਹਿਗੁਰੂ ਜੀ ਨਹੀਂ ਹੈ। ਤੇ ਅਸੀਂ ਵਾਹਿਗੁਰੂ ਜੀ ਦੀ ਐਗਜ਼ਿਸਟੈਂਸ ਦੇ ਵਿੱਚ ਹੀ, ਉਹਦੀ ਹੋਂਦ ਦੇ ਵਿੱਚ ਹੀ, ਉਹਦੇ ਨਿਜ਼ਮ ਦੇ ਵਿੱਚ, ਉਹਦੇ ਸੱਚੇ ਗਿਆਨ ਦੇ ਵਿੱਚ, ਉਹਦੇ ਗੁਣਾਂ ਦੇ ਇਸ ਸੰਸਾਰ ਵਿੱਚ ਜੀਵਨ ਜਿਉ ਰਹੇ ਆ। ਮਿਲਾਪ ਹੀ ਨਹੀਂ ਹੋ ਰਿਹਾ, ਕਿਉਂਕਿ ਆਪਸ ਵਿੱਚ ਗੱਲ ਨਹੀਂ ਕਰਦੇ। ਆਖੋ ਵਾਹਿਗੁਰੂ, ਮਿਲ ਬਾਤ ਨਾ ਕਰਤੇ ਭਾਈ। ਏਕ ਬਸਤ ਬਿਨ ਪੰਚ ਦੁਹੇਲੇ, ਉਹ ਬਸਤ ਅਗੋਚਰ ਠਾਈ। ਉਹ ਜੋ ਵਸਤ ਹੈ, ਜੋ ਵਾਹਿਗੁਰੂ ਜੀ ਹਨ, ਉਹਦੀ ਦਿੱਤੀ ਹੋਈ ਬਖਸ਼ਿਸ਼ ਤੋਂ ਸਖਣੇ ਨੇ ਪੰਜ ਗਿਆਨ ਇੰਦਰੇ, ਦੁਹੇਲੇ ਨੇ, ਉਸ ਪਾਸੇ ਨੂੰ ਤੁਰਦੇ ਨਹੀਂ, ਦੁਖੀ ਹੈ, ਹੋਰ ਪਾਸੇ ਤੁਰੇ ਰਹਿੰਦੇ ਨੇ। ਉਹ ਵਸਤ ਅਗੋਚਰ ਹੈ, ਕਿਉਂਕਿ ਗਿਆਨ ਇੰਦਰਾਂ ਦੀ ਪਕੜ ਵਿੱਚ ਨਹੀਂ ਹੈ। ਹਰ ਵਰਤਾਰੇ ਵਿੱਚ ਰੱਬ ਗਿਆਨ ਬਣ ਕੇ ਬੈਠਾ, ਪਰ ਉਹ ਗਿਆਨ ਅੱਖਾਂ ਨਾਲ ਨਹੀਂ ਦਿਸਣਾ, ਉਹ ਸੋਝੀ ਦੀਆਂ ਅੱਖਾਂ ਨੇ ਦੇਖਣਾ। ਆਖੋ ਵਾਹਿਗੁਰੂ, ਸੋਝੀ ਗੁਰੂ ਦੇ ਉਪਦੇਸ਼ ਨੇ ਕਰਵਾਉਣੀ ਹੈ। ਗੁਰੂ ਦੇ ਉਪਦੇਸ਼ ਸਮਝਾਂਗੇ, ਜ਼ਿੰਦਗੀ ਜਿਉਵਾਂਗੇ ਤਾਂ ਸੋਝੀ ਆਏਗੀ। ਉਹ ਸੋਝੀ ਦੀਆਂ ਅੱਖਾਂ ਬਿਨਾਂ ਗਿਆਨ ਨਹੀਂ ਦਿਸੇਗਾ। ਗੁਣ ਹਰ ਇੱਕ ਦੇ ਵਿੱਚ ਨੇ, ਕਿਉਂ ਨਹੀਂ ਦਿਸਦੇ? ਕਿਉਂਕਿ ਮਨ ਦੀ ਦਿਸ਼ਾ ਹੋਰ ਪਾਸੇ ਹੈ। ਆਦਤ ਔਗਣ ਦੇਖਣ ਦੀ ਹੈ, ਆਦਤ ਘਾਟਾਂ ਦੇਖਣ ਦੀ ਹੈ। ਮਨ ਦੀ ਦਿਸ਼ਾ ਇਹ ਹੈ ਕਿ ਮੈਂ ਸਿਆਣਾ, ਸਾਹਮਣੇ ਵਾਲੇ ਨੂੰ ਕੀ ਪਤਾ ਹੈ। ਮਨ ਦੀ ਦਿਸ਼ਾ ਆਪਣੇ ਹਿੱਤ ਪੂਰੇ ਕਰਨੇ, ਉਹਨੂੰ ਆਪਣਾ ਹਿੱਤ ਨਹੀਂ ਕੋਈ ਪੂਰਾ ਹੋਇਆ ਕਿ ਉਹਦੇ ਔਗਣ ਦੇਖਣ ਲੱਗ ਪਿਆ। ਆਖੋ ਵਾਹਿਗੁਰੂ, ਜਿੰਨਾ ਚਿਰ ਦੂਸਰੇ ਤੋਂ ਹਿੱਤ ਪੂਰਾ ਹੁੰਦਾ ਸੀ, ਬਾਤ ਹੋਰ ਸੀ। ਆਖੋ ਵਾਹਿਗੁਰੂ, ਇਹ ਗਿਆਨ ਇੰਦਰੇ ਉਸ ਅਗੋਚਰ ਵਸਤੂ ਵਾਂਝੇ ਪਏ ਨੇ। ਜਿਸ ਕਾ ਗ੍ਰਹਿ ਤਿਨ ਦੀਆ ਤਾਲਾ, ਕੁੰਜੀ ਗੁਰ ਸੌ ਪਾਈ। ਅੰਦਰ ਇਹ ਆਦਤਾਂ ਦਾ ਤਾਲਾ ਵੱਜਿਆ ਪਿਆ, ਮਨ ਦੀਆਂ ਆਦਤਾਂ, ਮਤ ਦੀਆਂ ਆਦਤਾਂ ਦਾ। ਇਹ ਘਰ ਵਾਹਿਗੁਰੂ ਜੀ ਦਾ ਹੈ, ਜਿਹੜਾ ਸੋਚ ਸੁਭਾਅ ਹੈ ਨਾ, ਸਰੀਰ ਦੇ ਅੰਦਰ ਵਾਹਿਗੁਰੂ ਜੀ ਬੈਠੇ ਨੇ। ਇਹ ਸੰਸਾਰ ਸਾਰਾ ਵਾਹਿਗੁਰੂ ਜੀ ਦਾ ਘਰ ਹੈ। ਇੱਥੇ ਭਰਮ ਭੁਲੇਖਿਆਂ ਦਾ ਤਾਲਾ ਵੱਜਿਆ ਪਿਆ ਹੈ, ਅੰਦਰ ਆਦਤਾਂ ਦਾ ਤਾਲਾ ਵੱਜਿਆ ਪਿਆ। ਇਹ ਕੁੰਜੀ ਗੁਰੂ ਨੂੰ ਦੇ ਦਿੱਤੀ ਹੈ, ਕੁੰਜੀ ਗੁਰ ਸੌ ਪਾਈ। ਵਾਹਿਗੁਰੂ ਜੀ ਨੇ ਉਹ ਕੁੰਜੀ ਉਪਦੇਸ਼ ਹੈ। ਉਪਦੇਸ਼ ਮੰਨਣ ਦੇ ਨਾਲ ਸਮਝ ਲੱਗੇਗੀ। ਅਨਕ ਉਪਾਵ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸ਼ਰਨਾਈ। ਅਨੇਕਾਂ ਯਤਨ ਕਰਦਾ ਰਹਿ, ਧਰਮ ਦੇ ਕਰਮ ਜਿੰਨੇ ਮਰਜ਼ੀ ਕਰਦਾ ਰਹਿ, ਜਿੰਨਾ ਚਿਰ ਸਤਿਗੁਰ ਸਰੂਪ ਨੂੰ ਫੋਲੋ ਨਹੀਂ ਕਰੇਗਾ, ਗੁਰੂ ਦੇ ਉਪਦੇਸ਼ ਨੂੰ, ਸੱਚੇ ਗਿਆਨ ਨੂੰ ਜ਼ਿੰਦਗੀ 'ਤੇ ਲਾਗੂ ਨਹੀਂ ਕਰੇਗਾ, ਸੋਚ ਸੁਭਾਅ 'ਤੇ, ਉਹ ਸੰਸਾਰ ਪ੍ਰੈਕਟੀਕਲ ਜਿਉਏਗਾ ਨਹੀਂ। ਇਹਨੂੰ ਸਤਿਗੁਰ ਸਰੂਪ ਦੀ ਸ਼ਰਨ ਪੈਣਾ ਕਹਿੰਦੇ ਨੇ। ਇਹਦੇ ਤੋਂ ਬਿਨਾਂ ਤੈਨੂੰ ਪ੍ਰਾਪਤੀ ਨਹੀਂ ਹੋਏਗੀ। ਜਿਨ ਕੇ ਬੰਧਨ ਕਾਟੇ ਸਤਿਗੁਰ, ਤਿਨ ਸਾਧ ਸੰਗਤ ਲਿਵ ਲਾਗੀ। ਫਿਰ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਤਿਗੁਰ ਸਰੂਪ ਦੇ ਦੀਦਾਰ ਕਰਦੇ ਨੇ, ਗੁਰੂ ਦੇ ਉਪਦੇਸ਼ਾਂ ਦੇ, ਸੱਚੇ ਗਿਆਨ ਦੇ, ਉਹਨਾਂ ਨੂੰ ਗੁਰੂ ਦੀ ਸੰਗਤ ਕਰਨੀ ਆ ਗਈ ਹੈ। ਫਿਰ ਉਹ ਲਿਵ ਲੱਗ ਜਾਂਦੀ ਹੈ ਗੁਰੂ ਦੇ ਉਪਦੇਸ਼ ਮੰਨਣ ਦੀ।
ਕਿ ਉਹ ਜਿਹੜੀਆਂ ਆਦਤਾਂ ਦੇ ਬੰਧਨ ਨੇ ਨਾ ਉਹ ਕੱਟੇ ਜਾਂਦੇ ਨੇ। ਆਖੋ ਵਾਹਿਗੁਰੂ। ਜਿਨ ਕੇ ਬੰਧਨ ਕਾਟੇ ਸਤਿਗੁਰ। ਇਸ ਤਰੀਕੇ ਨਾਲ ਸਤਿਗੁਰ ਨੇ ਕੱਟੇ ਜਦੋਂ ਸੰਗਤ ਵਿੱਚੋਂ ਲਿਵ ਲੱਗਦੀ ਹੈ। ਪੰਜ ਜਨਾ ਮਿਲ ਮੰਗਲ ਗਾਇਆ, ਹਰ ਨਾਨਕ ਭੇਦ ਨਾ ਭਾਈ। ਫਿਰ ਜਿਹੜੇ ਪੰਜ ਜਨ ਗਿਆਨ ਇੰਦਰੀ ਨੇ ਨਾ, ਇਹ ਆਤਮਿਕ ਆਨੰਦ ਦੀਆਂ ਵਿਚਾਰਾਂ, ਆਤਮਿਕ ਆਨੰਦ ਦੇ ਵਿੱਚ ਜੀਵਨ ਜਿਉਣਾ ਆ ਗਿਆ। ਆਖੋ ਨਾਨਕ ਜੀ, ਫਿਰ ਭੇਦ ਨਹੀਂ। ਇਹ ਮਨ ਜਿਸ ਜੋਤ ਵਿੱਚੋਂ ਨਿਕਲਦਾ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਇਹ ਗੁਣਾ ਵਾਲਾ ਬਣ ਕੇ ਉਹਦੇ ਵਰਗਾ ਹੀ ਬਣ ਜਾਂਦਾ। ਆਖੋ ਉਹਦੇ ਸਮਾ ਜਾਂਦਾ ਹੈ, ਇਕਮਿਕ ਹੋ ਜਾਂਦਾ ਹੈ। ਜੇ ਗੁਰਸਿੱਖ ਪਿਆਰਿਓ ਗੁਰੂ ਨੂੰ ਆਪਾ ਵਾਰ ਕੇ ਕੌਮੀ ਪੱਧਰ ਦੇ ਪਰਉਪਕਾਰ ਦੇ ਕਾਰਜ ਕਰਾਂਗੇ ਨਾ, ਤੇ ਜਦੋਂ ਤੁਸੀਂ ਪਰਉਪਕਾਰ ਦੇ ਕਾਰਜ ਕਰੋਗੇ ਨਾ, ਕਾਰਜ ਸਫਲ ਹੋਏਗਾ ਤੇ ਲੋਕਾਂ ਤੋਂ ਬੁੱਝਣਾ ਔਖਾ ਹੋ ਜਾਏਗਾ ਗੁਰੂ ਦਾ ਕਾਰਜ ਹੈ ਕਿ ਸਿੱਖ ਦਾ ਕਾਰਜ ਹੈ। ਕਿਉਂਕਿ ਆਪਾ ਵਾਰ ਕੇ ਕਰਦਾ ਹੈ, ਲੋਭ ਲਾਲਚ ਵਿੱਚ ਨਹੀਂ, ਗੁਰੂ ਦਾ ਕਰਜ਼ਾ ਉਤਾਰਨ ਦੀ ਭਾਵਨਾ ਵਿੱਚ। ਆਖੋ ਵਾਹਿਗੁਰੂ। ਫਿਰ ਜਿਹੜਾ ਕਾਰਜ ਸਿੱਖ ਕਰਦਾ ਹੈ ਤੇ ਚੜ੍ਹਦੀ ਕਲਾ ਕੌਮ ਦੀ ਹੁੰਦੀ ਹੈ, ਤੇ ਉਹ ਕੌਮ ਦੇ ਕਾਰਜ ਬਣ ਜਾਂਦੇ ਨੇ। ਇਹਨੂੰ ਕਹਿੰਦੇ ਨੇ ਇਕਮਿਕ ਹੋਣਾ, ਭੇਦ ਨਹੀਂ। ਆਖੋ ਵਾਹਿਗੁਰੂ। ਮੇਰੇ ਰਾਮ ਰਾਏ ਇਨ ਬਿਦ ਮਿਲੈ ਗੋਸਾਈ। ਇਹ ਮੇਰੇ ਰਾਮ ਰਾਏ ਵਾਹਿਗੁਰੂ ਜੀ ਇਸ ਤਰੀਕੇ ਨਾਲ ਵਾਹਿਗੁਰੂ ਜੀ ਦਾ ਮਿਲਾਪ ਤੁਸੀਂ ਕਰਵਾਉਂਦੇ ਹੋ। ਸਹਿਜ ਭਇਆ ਭ੍ਰਮ ਖਿਨ ਮਹਿ ਨਾਠਾ, ਮਿਲ ਜੋਤੀ ਜੋਤ ਸਮਾਈ। ਰਹਾਉ ਦੂਜਾ, ਇਹ ਦੂਸਰਾ ਰਹਾਉ ਹੈ। ਦੋ ਸੈਂਟਰਲ ਆਈਡੀਏ ਨੇ। ਜਦੋਂ ਮਨ ਗੁਰੂ ਦੇ ਉਪਦੇਸ਼ ਵਿੱਚ ਸਮਾ ਜਾਂਦਾ ਹੈ, ਮਤ ਗੁਰੂ ਦੇ ਨਜ਼ਰੀਏ ਵਿੱਚ ਸਮਾ ਜਾਂਦੀ ਹੈ, ਜੋਤੀ ਜੋਤ ਮਿਲਾਈ, ਰੱਬ ਦੇ ਪਿਆਰ ਵਿੱਚ ਭਿੱਜਦਾ ਹੈ, ਰੱਬ ਦੀ ਭੈ ਭਾਵਨੀ ਵਿੱਚ ਜਿਉਂਦਾ ਹੈ, ਉਹ ਭਰਮ ਭੁਲੇਖੇ ਦੂਰ ਹੋ ਜਾਂਦੇ ਨੇ ਤੇ ਅੰਦਰ ਸਹਿਜ ਅਡੋਲਤਾ ਆ ਜਾਂਦੀ ਹੈ। ਜ਼ਿੰਦਗੀ ਦੇ ਹਰ ਉਤਰਾਅ ਚੜ੍ਹਾਅ ਦੇ ਵਿੱਚ ਉਹ ਗੁਰੂ ਦੇ ਮਾਰਗ 'ਤੇ ਤੁਰਨ ਦੀ ਜੁਗਤ ਆ ਜਾਂਦੀ ਹੈ। ਸਤਿਗੁਰੂ ਕਿਰਪਾ ਕਰਨ, ਸਾਨੂੰ ਸਭ ਨੂੰ ਪ੍ਰਾਪਤ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।